ਰਹੇ ਨੇ ਇੰਗਲੈਂਡ ਦੇ ਸਾਬਕਾ ਕ੍ਰਿਕਟ ਖਿਡਾਰੀ ਮਿਸਟਰ ਮੌਂਟੀ ਪਨੇਸਰ, ਜੋ ਕਿ ਭਾਰਤ ਖਿਲਾਫ ਖੇਡਦਿਆਂ ਸ਼ਾਨਦਾਰ ਬੱਲੇਬਾਜ਼ ਸਚਿਨ तेंदुलकर ਨੂੰ ਆਊਟ ਕਰਕੇ ਸਭ ਦੀਆਂ ਨਜ਼ਰਾਂ ਵਿੱਚ ਆ ਗਏ। ਇੰਗਲੈਂਡ ਦੀ ਕ੍ਰਿਕਟ ਟੀਮ ਤੋਂ ਅੱਜ ਕਿਉਂ ਬਾਹਰ ਨੇ ਮਿਸਟਰ ਮੌਂਟੀ ਪਨੇਸਰ, ਆਓ ਜਾਣਦੇ ਹਾਂ। ਸੋ ਮੌਂਟੀ ਪਨੇਸਰ ਜੀ ਇਸ ਸਮੇਂ ਸਾਡੇ ਨਾਲ ਜੁੜ ਚੁੱਕੇ ਨੇ। ਮੌਂਟੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਵੀ ਮੀਡੀਆਸ NRI ਕੌਨਕਲੇਵ ਵਿੱਚ। ਹਾਂਜੀ, ਥੈਂਕ ਯੂ, ਤੁਸੀਂ ਮੌਕਾ ਦਿੱਤਾ ਇੰਟਰਵਿਊ ਕਰਨ ਦਾ। ਓਕੇ ਮੌਂਟੀ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ, ਬਹੁਤ ਲੋਕ ਉਮੀਦ ਕਰਕੇ ਬੈਠੇ ਸੀਗੇ ਕਿ ਤੁਹਾਨੂੰ ਉਹ ਹਰ ਮੈਚ ਵਿੱਚ ਦੇਖਣਗੇ, ਪਰ ਕਿਤੇ ਨਾ ਕਿਤੇ ਮੌਂਟੀ ਸਾਹਿਬ ਗਾਇਬ ਹੀ ਸਾਨੂੰ ਵਿਖਾਈ ਦਿੱਤੇ। ਕਿੱਥੇ ਹੋ ਤੁਸੀਂ, ਕਿੱਥੇ ਗਾਇਬ ਹੋ ਤੁਸੀਂ? ਹਾਂਜੀ, ਮੈਂ ਇੰਗਲੈਂਡ ਵਿੱਚ ਹੈਗਾ ਜੀ, ਐਂਡ ਚਲੋ ਕ੍ਰਿਕਟ ਕਾਫੀ ਚਿਰ ਹੋ ਗਿਆ ਕ੍ਰਿਕਟ ਨਹੀਂ ਖੇਲੀ, ਬਿਕਾਜ਼ ਇੰਜਰੀ ਹੋ ਗਈ ਸੀਗੀ ਸ਼ੋਲਡਰ ਨੂੰ, ਐਂਡ ਆਈ ਬ੍ਰੋਕ ਮਾਈ ਲੈਫਟ ਐਂਕਲ ਐਸ ਵੈਲ। ਸੋ ਉਹਦੇ ਕਰਕੇ ਥੋੜਾ ਇੰਜਰੀ ਦੇ ਵਿੱਚ ਰੀਹੈਬ ਐਂਡ ਰੈਸਟਿੰਗ ਵਾਸ ਵੈਰੀ ਇੰਪੋਰਟੈਂਟ। ਇਸ ਵਿੱਚ ਕਿੰਨੀ ਸੱਚਾਈ ਹੈ ਕਿ ਕਈ ਲੋਕੀ ਕਹਿੰਦੇ ਆ ਕਿ ਕਿਤੇ ਨਾ ਕਿਤੇ ਕੁਝ ਤਬੀਅਤ ਹੋਰ ਵੀ ਗੱਲਾਂ ਸੀਗੀਆਂ, ਤਬੀਅਤ ਇੱਕ ਸਿਰਫ ਬਹਾਨਾ ਸੀਗਾ ਜਿਸ ਕਰਕੇ ਮੌਂਟੀ ਸਾਹਿਬ ਜੋ ਹੈ ਕ੍ਰਿਕਟ ਤੋਂ ਥੋੜਾ ਕਿਨਾਰਾ ਕਰ ਗਏ? ਹਾਂਜੀ, ਕਾਫੀ ਚੀਜ਼ਾਂ ਹੁੰਦੀਆਂ, ਇੰਜਰੀ ਇੱਕ ਹੁੰਦੀ ਹੈ, ਦੂਸਰਾ ਹੁੰਦਾ ਫੋਮ, ਐਂਡ ਜਦੋਂ ਆਪਾਂ 5-0 ਲੂਜ਼ ਹੋਏ ਸੀਗੇ ਐਸ਼ੇਜ਼ ਆਸਟ੍ਰੇਲੀਆ ਦੇ ਵਿੱਚ 2013, ਉਦੋਂ ਫਿਰ ਕੀ ਹੁੰਦਾ, ਜਦੋਂ ਇਹਦਾ ਵੱਡੀ ਸੀਰੀਜ਼ ਲੂਜ਼ ਹੁੰਦੀ ਆ, ਫਿਰ ਕੋਈ ਪਲੇਅਰ ਮੌਕਾ ਨਹੀਂ ਮਿਲਦਾ ਮੁੜ ਕੇ ਖੇਲਣ ਦਾ, ਐਂਡ ਉਹਨਾਂ ਨੇ ਪ੍ਰੋਬਬਲੀ ਮੇਰਾ ਨਾਮ ਵਿੱਚ ਪਾ ਦਿੱਤਾ, ਕਹਿੰਦੇ ਚਲੋ ਵੀ ਨੀਡ ਟੂ ਬਿਲਡ ਅ ਨਿਊ ਟੀਮ ਨਾਓ, ਐਂਡ ਮੇਰਾ ਨਾਮ ਹੋ ਗਿਆ, ਪੀਟਰਸਨ ਦਾ ਹੋ ਗਿਆ, ਆਪਾਂ ਦੋਨੋਂ ਫਿਰ ਮੌਕਾ ਨਹੀਂ ਮਿਲਿਆ ਸਾਨੂੰ ਬਾਅਦ ਨੂੰ ਖੇਲਣ ਦਾ। ਯਾਨੀ ਕਿ ਇਹ ਸਾਫ਼-ਸਾਫ਼ ਕਿਹਾ ਜਾਏ ਕਿ ਪੋਲਿਟਿਕਸ ਖੇਡੀ ਗਈ। ਪੋਲਿਟਿਕਸ ਹੁਣ ਪਤਾ ਨਹੀਂ ਪੋਲਿਟਿਕਸ ਖੇਲੀ ਗਈ ਹੋ ਨਹੀਂ, ਪਰ ਆਈ ਥਿੰਕ ਨੋਰਮਲੀ ਕੀ ਹੁੰਦਾ ਵਾ, ਜਿੱਦਾਂ ਜਿਹੜੇ ਐਕਸਪੀਰੀਅੰਸ ਪਲੇਅਰ ਹੁੰਦੇ ਆ ਉਹਨਾਂ ਨੂੰ ਐਟਲੀਸਟ ਪਰਫਾਰਮ ਕਰਨਾ ਚਾਹੀਦਾ ਵਾ, ਜੇ ਨਹੀਂ ਉਹ ਕਰਦੇ ਫਿਰ ਨੋਰਮਲੀ ਜਿਹੜੀਆਂ ਕ੍ਰਿਕਟ ਟੀਮਸ ਹੁੰਦੀਆਂ ਵਾ ਯੰਗਸਟਰਸ ਪਲੇਅਰਾਂ ਨੂੰ ਚਾਂਸ ਦਿੰਦੇ ਆ, ਪਰ ਆਪਾਂ ਦੋਨੋਂ ਐਕਸਪੀਰੀਅੰਸ ਪਲੇਅਰ ਸੀਗੇ, ਐਂਡ ਸਕੇਪਗੋਟ ਕਹਿ ਦੋ, ਉਹ ਜੋ ਵੀ ਕੁਝ ਕਹਿਣਾ, ਕੋਈ ਖਿਲਾੜੀਆਂ ਨੂੰ ਤਾਂ ਰਿਸਪੌਂਸਿਬਿਲਿਟੀ ਚੱਕਣੀ ਪੈਂਦੀ ਆ, ਐਂਡ they probably thought that ਚਲੋ we need to ਨਵੀਂ ਟੀਮ ਬਣਾਉਣੀ ਪੈਣੀ ਆ ਹੁਣ ਸਾਨੂੰ, ਜਿੱਥੇ ਜ਼ਿਆਦਾ ਯੰਗਸਟਰਸ ਹੋਣਗੇ, ਫਿਰ that's why ਮੌਕਾ ਨਹੀਂ ਮਿਲਿਆ ਮੁੜ ਕੇ ਖੇਲਣ ਦਾ। ਉਸ ਤੋਂ ਬਾਅਦ ਕੀ ਗੁੱਸਾ ਤੁਹਾਡਾ ਨਿਕਲਿਆ? ਜਿਹੜੀ ਤੁਹਾਡੀ ਬੁੱਕ ਆਈ ਦ ਫੁੱਲ ਮੌਂਟੀ, ਉਸ ਵਿੱਚ ਤੁਹਾਡਾ ਗੁੱਸਾ ਨਿਕਲਿਆ, ਤੁਸੀਂ ਕਈ ਚੀਜ਼ਾਂ ਦਾ ਖੁਲਾਸਾ ਵੀ ਕੀਤਾ, ਬਾਲ ਟੈਂਪਰਿੰਗ ਦਾ ਖੁਲਾਸਾ ਵੀ ਕੀਤਾ, ਹੋਰ ਵੀ ਚੀਜ਼ਾਂ ਦਾ ਕਈ ਖੁਲਾਸਾ ਕੀਤਾ। ਕੀ ਗੁੱਸਾ ਸੀਗਾ ਇੰਗਲਿਸ਼ ਟੀਮ ਦੇ ਖਿਲਾਫ? ਗੁੱਸੇ ਦੀ ਕੋਈ ਗੱਲ ਨਹੀਂ ਸੀਗੀ। ਆਈ ਥਿੰਕ ਇੱਕ ਪ੍ਰੋਬਬਲੀ ਮੇਰੇ ਉੱਤੇ ਸੀਗਾ, ਸਮਟਾਈਮ ਬੰਦੇ ਦੇ ਆਪ ਦੇ ਉੱਤੇ ਜ਼ਿਆਦਾ ਗੁੱਸਾ ਹੁੰਦਾ, ਲਾਈਕ ਕਿਹੜੀਆਂ ਚੀਜ਼ਾਂ ਤੋਂ ਮੈਂ ਇੰਪਰੂਵ ਕਰ ਸਕਦਾ ਸੀਗਾ, ਐਂਡ ਆਲਸੋ ਇੱਕ ਐਕਸਪੈਕਟੇਸ਼ਨ ਹੁੰਦੀ ਹੈ ਬੰਦੇ ਦੀ ਓਨ, ਐਂਡ ਉਹ ਤੁਸੀਂ ਗੋਲਸ ਤੁਹਾਡੇ ਓਨ ਹੁੰਦੇ ਆ, ਤੁਸੀਂ ਚਾਹੁੰਦੇ ਹੋ, ਇੱਛਾ ਹੁੰਦੀ ਹੈ ਤੁਹਾਡੀ ਦਾ ਇੱਦਾਂ ਦੇ ਆਪਾਂ ਵੀ ਅਚੀਵ ਕਰੀਏ ਗੋਲਸ। ਸਮਟਾਈਮ ਜਦੋਂ ਨਹੀਂ ਹੁੰਦੇ ਫਿਰ ਬੰਦਾ ਦੇਖਦਾ ਕਿਉਂ ਨਹੀਂ ਹੋਏ, ਕਿੱਥੋਂ ਗੱਲ ਨਹੀਂ ਠੀਕ ਬਣੀ, ਸੋ ਏਦਾਂ ਬੰਦਾ ਸਿੱਖਦਾ ਆਪਦੇ ਬਾਰੇ। ਸੋ ਬੁੱਕ ਦੀ ਓਪਰਚੁਨਿਟੀ ਮਿਲੀ ਸੀਗੀ ਥੋੜਾ ਸੱਚਾਈ ਦੱਸਣ ਨੂੰ, ਐਂਡ it received very well in England and India. ਤੁਸੀਂ ਬੜੇ ਖੁੱਲੇ ਅਲਫਾਜ਼ਾਂ ਵਿੱਚ ਗੱਲ ਕੀਤੀ ਕਿ ਸ਼ਾਇਦ ਤੁਹਾਡੇ ਨਾਲ ਪੋਲਿਟਿਕਸ ਖੇਡੀ ਗਈ, ਏਸ਼ੀਅਨ ਫੇਸ ਹੈ ਇਸ ਕਰਕੇ ਪੋਲਿਟਿਕਸ ਖੇਡੀ ਗਈ, ਜਾਂ ਕੋਈ ਹੋਰ ਕਾਰਨ ਦੇਖਦੇ ਹੋ ਤੁਸੀਂ ਇਸ ਪਿੱਛੇ? ਪੋਲਿਟਿਕਸ ਤੁਸੀਂ ਦੇਖੋ ਹੁਣ ਕਾਫੀ ਚੀਜ਼ਾਂ ਦਾ ਹੁੰਦਾ ਵਾ, ਸਮਟਾਈਮ ਤੁਹਾਡੇ ਪਰਫਾਰਮੈਂਸ ਜਦੋਂ ਅੱਛੇ ਹੁੰਦੇ ਆ ਉਦੋਂ ਕੋਈ ਗੱਲਾਂ ਕਦੋਂ ਡਿਫਿਕਲਟ ਆ, ਪੋਲਿਟਿਕਸ ਦੀ ਗੱਲ ਜਦੋਂ ਆਪਾਂ ਚਲਾਉਂਦੇ ਆ। ਸੋ ਪੋਲੀਟੀਕਲੀ ਹੁਣ ਸਪੋਰਟਸ ਦੇ ਵਿੱਚ ਕਿੰਨਾ ਕੁ ਆਪਾਂ ਹੁਣ ਪੋਲੀਟੀਕਲ ਸਕੋਪ ਪਾ ਸਕਦੇ ਆ, ਇੱਕ ਤਾਂ ਹੁਣ ਪਰਫਾਰਮੈਂਸ ਤੇ ਹੁੰਦਾ ਵਾ, ਇੱਕ ਹੁੰਦਾ ਸੀਨੀਅਰ ਪਲੇਅਰ ਕਿੰਨਾ ਕੰਟਰੀਬਿਊਟ ਕਰਦੇ ਆ ਟੀਮ ਨੂੰ, ਜੇ ਆਪਾਂ ਯੰਗਸਟਰਸ ਨੂੰ ਲੈ ਕੇ ਆਵਾਂਗੇ ਉਹ ਟੀਮ ਨੂੰ ਬਿਲਡ ਕਰਾਂਗੇ, ਵੁੱਡ ਦੈਟ ਬੀ ਬੈਟਰ। ਸੋ ਕਾਫੀ ਚੀਜ਼ਾਂ ਜਿਹੜੇ ਕੋਚਸ ਹੁੰਦੇ, ਸਿਲੈਕਟਰਸ ਹੁੰਦੇ ਆ, ਜਿਹੜੇ ਸਾਡੇ ਕਹਿ ਦੋ even fans ਉਹ ਸਾਰੇ ਸੋਚਦੇ ਹੋਣਗੇ, ਜੇ ਆਪਾਂ ਹੁਣ ਐਕਸਪੀਰੀਅੰਸ ਜਿੱਦਾਂ ਮੈਂ 39 ਦਾ ਅਪ੍ਰੈਲ ਚ ਹੋ ਜਾਣਾ, ਮੈਂ ਸਮਟਾਈਮ ਆਈ ਥਿੰਕ ਦੈਟ ਮੇ ਬੀ ਇੱਕ ਹੋਰ ਮੈਂ ਕਮ ਬੈਕ ਕਰਾਂ, ਫਿਟਨੈਸ ਨੂੰ ਠੀਕ ਰੱਖਾਂ, ਪਰ ਫਿਰ ਦਿਮਾਗ ਦੇ ਵਿੱਚ ਆਪਾਂ ਇਹ ਸੋਚੀਦਾ ਹੁਣ 39 ਦਾ ਹੋ ਗਿਆ ਮੌਂਟੀ, ਇੱਕ ਯੰਗਸਟਰ ਨੂੰ ਮੇ ਬੀ ਉਹਦੀ ਜਗ੍ਹਾ ਆਪਾਂ ਲਵਾਂਗੇ, ਮੇ ਬੀ ਐਸ ਅ ਕੋਚ, ਮੈਂਟੋਰ, ਏਦਾਂ ਦਾ ਕੋਈ ਮੌਕਾ ਮਿਲ ਸਕਦਾ। ਪਰ I think ਤੁਹਾਡੀ ਉਮੀਦ ਹੁੰਦੀ ਹੈ ਨਾ, ਜੇ ਤੁਹਾਡੀ ਉਮੀਦ ਹੈਗੀ ਆ ਵਾਪਸ ਖੇਲਣ ਦੀ, ਜਿੱਦਾਂ ਹੁਣ ਮੇਰੀ ਹੈਗੀ ਆ, ਮੈਂ ਕੋਸ਼ਿਸ਼ ਕਰਦਾ
you never know, ਕੋਈ ਟੀਮ ਹੋ ਸਕਦੀ ਜਿੱਥੇ ਕਹਿੰਦੇ ਐਕਚੁਅਲੀ ਸਾਨੂੰ ਸੀਨੀਅਰ ਐਕਸਪੀਰੀਅੰਸ ਪਲੇਅਰ ਇੰਟਰਨੈਸ਼ਨਲ ਐਕਸਪੀਰੀਅੰਸ ਦਾ ਸਾਨੂੰ ਚਾਹੀਦਾ, ਲਾਈਕ ਮੌਂਟੀ ਪਨੇਸਰ ਸਾਡੀ ਟੀਮ ਦੇ ਵਿੱਚ to help the youngsters and help the team. So you never know, koi there could be a team that may just want an inexperienced player in their team. ਜੀ ਪਰ ਮੌਂਟੀ ਸਾਹਿਬ ਮੌਂਟੀ ਪਨੇਸਰ ਨੂੰ ਇਸ ਕਰਕੇ ਵੀ ਬਹੁਤ ਚੰਗੀ ਤਰ੍ਹਾਂ ਯਾਦ ਕੀਤਾ ਜਾਂਦਾ ਹੈ ਕਿ ਮੌਂਟੀ ਪਨੇਸਰ ਪਹਿਲਾ ਮੈਚ ਖੇਡ ਰਹੇ ਨੇ ਭਾਰਤ ਦੇ ਖਿਲਾਫ ਔਰ ਸਚਿਨ ਤੰਦੁਲਕਰ ਸਾਹਮਣੇ ਨੇ, ਮੌਂਟੀ ਦੇ ਹੱਥ ਵਿੱਚ ਬਾਲ ਹੈ ਔਰ ਪਹਿਲੀ ਹੀ ਬਾਲ ਤੇ ਸਚਿਨ ਤੰਦੁਲਕਰ ਵਾਪਸ ਪੈਵਿਲੀਅਨ, ਪੂਰਾ ਦੇਸ਼ ਹੈਰਾਨ ਸੀ, ਨਾ ਸਿਰਫ ਇੰਗਲਿਸ਼ ਨਹੀਂ ਬਲਕਿ ਪੂਰਾ ਭਾਰਤ ਹੈਰਾਨ ਸੀ ਕਿ ਮੌਂਟੀ ਪਨੇਸਰ ਇੱਕ ਨਵਾਂ ਖਿਡਾਰੀ, ਇੱਕ ਤੁਰੰਦਰ ਖਿਡਾਰੀ ਨੂੰ ਕਿਵੇਂ ਆਊਟ ਕਰਕੇ ਪੈਵਿਲੀਅਨ ਵਾਪਸ ਪਹੁੰਚਾ ਦਿੰਦਾ। ਕੀ ਗੇਮ ਪਲਾਨ ਰਿਹਾ, ਕੀ ਮਤਲਬ ਦਿਮਾਗ ਵਿੱਚ ਚੱਲ ਰਿਹਾ ਸੀ ਕਿ ਕਿਹੜੀ ਬਾਲ ਸਿੱਟਾਂ, ਕਿਸ ਪਾਸੇ ਖੇਡਾਂ ਮੈਂ, ਖੁਲਾਸਾ ਕਰੋ। ਦੱਸਾਂ ਕੀ ਹੁੰਦਾ, ਸਮਟਾਈਮ ਤੁਸੀਂ ਇੱਕ ਆਪਦੀ ਪ੍ਰੋਸੈਸ ਹੁੰਦੀ ਆ ਪਲੇਅਰ ਦੀ, ਐਨੂੰ ਬਸ ਇੱਕ ਪਾਸੇ ਜਿੱਦਾਂ ਅੱਛੀ ਡਿਲੀਵਰੀਆਂ ਡਾਲਣੀਆਂ, ਐਂਡ ਮੈਂ ਇਹ ਨਹੀਂ ਸੋਚਿਆ ਮੈਂ ਤੰਦੁਲਕਰ ਨੂੰ ਆਊਟ ਕਰਨਾ। I thought that I will ball ਜਿੱਦਾਂ and good deliveries to him, ਫਿਰ ਉਹ ਹੋਪਫੁਲੀ ਮਿਸਟੇਕ ਕੋਈ ਕਰ ਸਕਦੇ ਆ ਜੇ ਮੈਂ ਅੱਛੀ ਬੋਲਿੰਗ ਕਰੂਗਾ। ਸੋ ਉਹਦੇ ਨਾਲ ਇੱਕ ਬੋਲ ਕਦੋਂ ਨਹੀਂ ਘੁੰਮੀ, ਸਲਿਡ ਹੋ ਗਈ, ਉਹਨਾਂ ਦੇ ਪੈਰ ਤੇ ਲੱਗ ਗਈ, ਸੋ ਉਹਦੇ ਕਰਕੇ LBW ਹੋ ਗਏ। ਸੋ ਏਦਾਂ ਦੀ ਗੇਮ ਦੇ ਵਿੱਚ ਇਹ ਸਪੈਸ਼ਲ ਮੂਮੈਂਟਸ ਹੁੰਦੇ ਆ ਗੇਮ ਦੇ, ਐਂਡ that was a very special moment. ਔਰ ਤੁਹਾਨੂੰ ਲੱਗਦਾ ਕਿ ਉਸ ਇੱਕ ਵਿਕਟ ਨੇ ਤੁਹਾਨੂੰ ਪੂਰੇ ਭਾਰਤ ਵਿੱਚ ਨਹੀਂ ਬਲਕਿ ਪੂਰੇ ਵਰਲਡ ਫੇਮਸ ਕਰਤਾ, ਉਸ ਇੱਕ ਵਿਕਟ ਨੇ? ਅਗਰ ਸ਼ਾਇਦ ਉਹ ਇੱਕ ਵਿਕਟ ਨਹੀਂ ਲਿਆ ਹੁੰਦਾ ਤਾਂ ਸ਼ਾਇਦ ਮੌਂਟੀ ਪਨੇਸਰ ਨੂੰ ਅੱਜ ਬਹੁਤ ਘੱਟ ਲੋਕ ਜਾਣਦੇ ਹੁੰਦੇ। ਹਾਂਜੀ, ਨਹੀਂ ਸਹੀ ਗੱਲ ਆ ਤੁਹਾਡੀ। ਹੁਣ ਇੰਨੇ ਵੱਡੇ ਖਿਡਾਰੀ ਹੈਗੇ ਸਚਿਨ ਤੰਦੁਲਕਰ, ਉਹਨਾਂ ਦੀ ਵਿਕਟ ਪਹਿਲੀ ਲੈਣੀ ਦਾ, ਉਹ ਸਾਰੇ ਕਹਿ ਦੋ ਆਪਾਂ ਜਿਹੜੇ ਹੈਗੇ ਆ ਸਾਰੇ ਜਾਣੇ ਲਾਈਕ ਦੁਨੀਆ ਦੇ ਵਿੱਚ ਇੱਕ ਕਹਿ ਦੋ ਉਹਨਾਂ ਦੇ ਨਾਮ ਦੇ ਨਾਲ ਨਾਮ ਏਦਾਂ ਕਾਫੀ ਉੱਚਾ ਹੋ ਗਿਆ। ਸੋ ਮੈਂ ਤਾਂ 100% ਕਹਿੰਦਾ that ਜੇ ਉਹਨਾਂ ਦੀ ਵਿਕਟ ਨਾ ਮੈਂ ਲੈਂਦਾ, ਮੈਨੂੰ ਨਹੀਂ ਲੱਗਦਾ ਇੰਨਾ ਵੱਡਾ ਨਾਮ ਹੁਣ ਹੋਣਾ ਸੀਗਾ ਜੀ। ਚਲੋ ਠੀਕ ਹੈ, ਇਹ ਤਾਂ ਰਹੀ ਗੇਮ ਦੀ ਗੱਲ। ਜੇਕਰ ਹੁਣ ਰਾਜਨੀਤੀ ਦੀ ਗੱਲ ਕਰੀਏ, ਤੁਹਾਡੇ ਨਾਲ ਤਾਂ ਚਲੋ ਤੁਸੀਂ ਦੱਸਿਆ ਕਿ ਇੰਗਲਿਸ਼ ਟੀਮ ਵਿੱਚ, ਇੰਗਲੈਂਡ ਦੀ ਟੀਮ ਵਿੱਚ ਤੁਹਾਡੇ ਨਾਲ ਪੋਲਿਟਿਕਸ ਖੇਡੀ ਗਈ, ਇਸ ਕਰਕੇ ਤੁਹਾਨੂੰ ਬਾਹਰ ਦਾ ਹੋਣਾ ਪਿਆ, ਰਸਤਾ ਲੈਣਾ ਪਿਆ। ਕੀ ਆਉਣ ਵਾਲੇ ਸਮੇਂ ਵਿੱਚ ਅਸੀਂ ਮੌਂਟੀ ਪਨੇਸਰ ਨੂੰ ਪੋਲਿਟਿਕਸ ਕਰਦੇ ਹੋਏ ਦੇਖ ਪਾਵਾਂਗੇ, ਰਾਜਨੀਤੀ ਵਿੱਚ ਦੇਖ ਪਾਵਾਂਗੇ? ਕਿਉਂਕਿ ਕਿਤੇ ਨਾ ਕਿਤੇ ਮੈਂ ਸੁਣਿਆ ਵੀ ਸੀਗਾ ਕਿ ਮੇਅਰ ਬਣਨ ਦੀ ਚਾਹਤ ਹੈ ਤੁਹਾਡੇ ਅੰਦਰ। ਵੈਲ ਆਪਾਂ ਇੱਕ ਵਾਰੀ ਕਿਹਾ ਸੀਗਾ that maybe ਮੇਅਰ ਆਫ ਲੰਡਨ ਆਪਾਂ ਬਣ ਸਕਦੇ ਆ, ਹਲੇ ਨਹੀਂ, maybe in a few years time, ਪਰ ਹਲੇ ਹੋਰ ਵੀ ਚੀਜ਼ਾਂ ਹੈਗੀਆਂ ਅਚੀਵ ਕਰਨ ਨੂੰ, ਲਾਈਕ ਦੇਖਦਾ ਜੇ ਵਾਪਸ ਮੈਂ ਖੇਲ ਸਕਦਾ, ਮੀਡੀਆ ਬ੍ਰੋਡਕਾਸਟਿੰਗ, ਮੀਡੀਆ ਪ੍ਰੈਜ਼ੈਂਟਿੰਗ ਦੇ ਵਿੱਚ ਵੀ ਮੈਂ ਡਾਲ ਸਕਦਾ। ਐਂਡ ਇੱਥੇ ਵੀ ਕਾਫੀ ਲੋਕਾਂ ਨੇ ਕਿਸਾਨਾਂ ਦੀ ਗੱਲ ਵੀ ਕੀਤੀ ਹੈ, ਜਿਹੜਾ ਲੰਡਨ 'ਚ ਪ੍ਰੋਟੈਸਟ ਹੋਇਆ ਸੀਗਾ, ਐਂਡ ਕਾਫੀ ਸਪੋਰਟ, ਇੰਟਰਨੈਸ਼ਨਲ ਸਪੋਰਟ ਮਿਲਦੀ ਆ। ਪ੍ਰੈਸ਼ਰ ਪਾਉਂਦੇ ਆ ਮੋਦੀ ਨੂੰ that ਉਹ ਆਪਦਾ ਜਿਹੜੇ ਲੋਜ਼ ਹੈਗੇ ਸੀਗੇ ਅਮੈਂਡਮੈਂਟਸ ਕਰ ਲੈਣ, ਬਿਕੋਜ਼ ਜਿਹੜੇ ਪੰਜਾਬ ਐਂਡ ਹੋਰ ਜਿਹੜੇ ਸਾਰੇ ਸਟੇਟਸ ਹੈਗੇ they're not happy with the laws. ਚਲੋ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ, ਮੋਦੀ ਸਰਕਾਰ ਦੀ ਗੱਲ ਕੀਤੀ ਹੈ, ਤੁਹਾਡੇ ਤੋਂ ਹੀ ਪੁੱਛ ਲੈਂਦੇ ਆ, ਜਿਹੜੇ ਕਿਸਾਨਾਂ ਦੇ 3 ਬਿੱਲ ਪਾਸ ਕੀਤੇ ਹਨ, ਤੁਸੀਂ ਇਸ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ? ਕਿਉਂਕਿ ਯੂਕੇ ਵਿੱਚ ਤਾਂ ਬਹੁਤ ਸਾਰੇ NRI ਸਾਹਮਣੇ ਆਏ, ਉਹਨਾਂ ਨੇ ਖੁੱਲ ਕੇ ਪ੍ਰੋਟੈਸਟ ਵੀ ਕੀਤਾ ਔਰ ਉਹਨਾਂ ਨੇ ਕਿਹਾ ਵੀ ਹੈਗਾ ਕਿ ਸਾਨੂੰ ਪੰਜਾਬ ਦੇ ਜਿਹੜੇ, ਨਾ ਸਿਰਫ ਪੰਜਾਬ ਦੇ ਬਲਕਿ ਭਾਰਤ ਦੇ ਜਿਹੜੇ ਕਿਸਾਨਾਂ ਦੀਆਂ, ਉਹਨਾਂ ਦੀਆਂ ਗੱਲਾਂ ਨੂੰ ਸੁਣਨਾ ਚਾਹੀਦਾ। ਔਰ ਮੋਦੀ ਸਰਕਾਰ ਨੂੰ ਵੀ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਕਿ ਆਪਣੇ ਵੱਲੋਂ ਜਿਹੜੇ 3 ਜਿਹੜੇ ਬਿੱਲ ਨੇ ਉਹ ਵਾਪਿਸ ਲੈਣ। ਤੁਹਾਡੇ ਕੀ ਵਿਚਾਰ ਨੇ ਇਸ ਬਾਰੇ? ਇਹ ਮੇਰੇ ਵਿਚਾਰ ਇਹ ਹੈਗਾ, ਹੁਣ ਤੁਸੀਂ ਦੇਖੋ ਸਾਡੇ ਕੋਈ ਆਰਟਿਸਟ ਹੈਗੇ ਆ ਜਿੱਦਾਂ ਜੈਜ਼ੀ ਬੀ ਹੋ ਗਏ, ਉਹ ਇੰਡੀਆ 'ਚ ਆਏ ਹੋਏ ਆ, ਉੱਥੇ ਹੈਲਪ ਕਰਦੇ ਆ ਕਿਸਾਨਾਂ ਦੀ। ਐਂਡ ਜੇ ਕਿਸੇ ਨੂੰ ਇੰਨਾ ਸ਼ੌਂਕ ਹੈਗਾ ਕਹਿ ਦੋ ਅੰਦਰੋਂ, ਵੈਰੀ ਪੈਸ਼ਨੇਟ ਅਬਾਊਟ ਦਿਸ ਸਬਜੈਕਟ, ਉਹਨਾਂ ਨੂੰ ਆਈ ਬਲੀਵ ਇੰਡੀਆ ਦੇ ਵਿੱਚ ਹੋਣਾ ਚਾਹੀਦਾ। ਐਂਡ ਜਿਹੜੇ ਗ੍ਰਾਸ ਰੂਟ ਕਿਸਾਨ ਹੈਗੇ ਆ, ਜਿਨ੍ਹਾਂ ਨੂੰ ਕਹਿ ਦੋ ਉਹਨਾਂ ਦੀ ਆਵਾਜ਼ ਨਹੀਂ ਸੁਣ ਹੁੰਦੀ ਨੋਰਮਲ ਸਰਕਾਰ ਲੈਵਲ, ਉਹਨਾਂ ਦੀ ਹੈਲਪ ਕਰਨ, ਉਹਨਾਂ ਨੂੰ ਪੁੱਛਣ, ਉਹਨਾਂ ਨਾਲ ਇੱਕ ਦਿਨ ਕਿਸਾਨ ਜਿੱਥੇ ਦਿੱਲੀ 'ਚ ਹੈਗਾ ਉੱਥੇ ਜਾ ਕੇ ਰਵੋ, ਉਹਨਾਂ ਦੀ ਸਵੇਰੇ ਉੱਠ ਕੇ ਉਹਨਾਂ ਦੀ ਰੋਟੀ ਬਣਾਓ, ਉਹਨਾਂ ਦੀ ਸੇਵਾ ਕਰੋ, ਫਿਰ ਤੁਹਾਨੂੰ ਪਤਾ ਲੱਗੂਗਾ ਕਿਹੜੀ ਸਟਰਗਲ ਆ ਜਿਹੜੇ ਕਿਸਾਨ ਕਰਦੇ ਆ। ਇਟਸ ਵੈਰੀ ਈਜ਼ੀ, ਮੈਂ ਹੁਣ NRI ਕਹਿ ਦੋ, ਮੈਨੂੰ NRI ਹੈਗਾ, ਮੈਂ ਆਈ ਡੋਨਟ ਹੈਵ ਐਨ ਇੰਡੀਅਨ ਪਾਸਪੋਰਟ, ਬਟ ਇਟਸ ਈਜ਼ੀ, ਆਪਾਂ ਇੱਥੋਂ ਗੱਲ ਕਰ ਸਕਦੇ ਹਾਂ, ਥੋੜੀ ਸਪੋਰਟ ਕਰਤੀ। ਪਰ ਇਫ ਯੂ ਆਰ ਵੈਰੀ ਸੀਰੀਅਸ ਦੈਨ ਤੁਹਾਨੂੰ ਇੰਡੀਆ ਜਾਵੋ, ਜਿਹੜੇ ਸਾਡੇ ਗਰੀਬ ਸਾਡੇ ਹੈਗੇ ਆ ਵਿਚਾਰੇ ਕਿਸਾਨ ਗ੍ਰਾਸ ਰੂਟ ਲੈਵਲ ਤੇ, ਉਹਨਾਂ ਨਾਲ ਬੈਠ ਕੇ ਉਹਨਾਂ ਨਾਲ ਐਕਸਪੀਰੀਅੰਸ ਕਰੋ, ਫਿਰ ਤਾਂ ਆਪਾਂ ਮੰਨਾਂਗੇ that ਤੁਹਾਨੂੰ you really are serious about this, because international support is all great, but ਉੱਥੇ ਜਾ ਕੇ it makes a huge difference. ਪਰ NRIs ਦੀਆਂ ਕਈ ਮੁਸ਼ਕਲਾਂ ਵੀ ਹੁੰਦੀਆਂ, ਉਹ ਵੀ ਭਾਰਤ ਸਰਕਾਰ ਦੇ ਨਾਲ ਗੱਲਬਾਤ ਕਰਦਾ। ਤੁਹਾਨੂੰ ਨਹੀਂ ਲੱਗਦਾ ਕਿ ਜਦੋਂ NRIs ਇਸ ਤਰ੍ਹਾਂ ਸਰਕਾਰ ਦੇ ਖਿਲਾਫ ਹੀ, ਭਾਰਤ ਸਰਕਾਰ ਦੇ ਖਿਲਾਫ ਹੀ ਡਟੇ ਹੋਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਵੀ ਕੁਝ ਮੁਸ਼ਕਲਾਂ ਖੜੀਆਂ ਹੋ ਸਕਦੀਆਂ?
ਐਬਸੋਲੂਟਲੀ ਹੁਣ ਇਹ ਚੀਜ਼ ਸਾਡੇ ਸੋਚਦੇ ਨਹੀਂ ਬੰਦੇ ਕੈਨੇਡਾ ਚ ਬੈਠੇ ਆ ਯੂਕੇ ਦੇ ਵਿੱਚ ਅਮਰੀਕਾ ਦੇ ਵਿੱਚ ਸਾਰੇ ਐਨਆਰਆਈ ਆ ਤੁਸੀਂ ਆਪਾਂ ਸਾਰੇ ਐਨਆਰਆਈ ਹੈਗੇ ਆ ਕੱਲ ਨੂੰ ਮੋਦੀ ਦੀ ਗਵਰਨਮੈਂਟ ਬੀਜੇਪੀ ਦੀ ਗਵਰਨਮੈਂਟ ਕਹਿ ਸਕਦੀ ਹੈ that ਇੰਨਾ ਤੁਸੀਂ ਇੰਟਰਨੈਸ਼ਨਲ ਪ੍ਰੈਸ਼ਰ ਸਾਡੇ ਉੱਤੇ ਪਾਇਆ ਮੈਂ ਤੁਹਾਨੂੰ ਇਦਾਂ ਦੀ ਕੰਡੀਸ਼ਨ ਦੇ ਦੂੰਗਾ ਜਿੱਥੇ ਤੁਸੀਂ ਕੋਈ ਬਿਜ਼ਨਸ ਨਹੀਂ ਕਰ ਸਕਦੇ ਕੋਈ ਤੁਹਾਡੇ ਵਾਸਤੇ ਮੁਸ਼ਕਿਲਾਂ ਹੋਣਗੀਆਂ ਐਂਡ ਇਹ ਚੀਜ਼ ਸਾਡੇ ਜਿਹੜੇ ਐਨਆਰਆਈ ਬੰਦੇ ਭੈਣ ਭਰਾ ਹੈਗੇ ਸੋਚਦੇ ਨੇ you know and ਉਹਨਾਂ ਨੂੰ ਇਹ ਸੋਚਣਾ ਚਾਹੀਦਾ that ਉਹੀ ਗੱਲਾਂ ਕਰਨ ਜਿਹੜੀਆਂ ਬੈਨੀਫਿਟ ਹੋਣਗੀਆਂ ਸਾਡੇ ਕਿਸਾਨਾਂ ਨੂੰ ਐਂਡ ਇਹ ਗੱਲ ਨੂੰ ਥੋੜਾ ਅੱਛਾ ਹੁਣ ਲਾਈਕ ਗੱਲ ਦੇ ਵਿੱਚ ਥੋੜਾ ਅਮੈਂਡਮੈਂਟਸ ਆਉਣ ਜਿੱਥੇ ਦੋਨੋਂ ਹਾਫਵੇ ਪੁਆਇੰਟ ਆਨ ਗਵਰਨਮੈਂਟ ਵੀ ਆਨ ਐਂਡ ਕਿਸਾਨ ਵੀ ਆਨ ਸੋ ਕਿਸਾਨ ਵੀ ਹੁਣ ਕਹਿੰਦੇ ਨਹੀਂ ਸਾਨੂੰ ਸਾਰੇ ਤਿੰਨ ਲੋਨ ਨਹੀਂ ਕਬੂਲ ਹੈਗੇ ਸਾਨੂੰ ਰੀਅਲੀ ਹਾਫਵੇ ਮੀਟ ਨਹੀਂ ਕਰਨਾ ਚਾਹੁੰਦੇ ਸੋ ਲੋਕ 26 ਜਨਵਰੀ ਨੂੰ ਉੱਥੇ ਹੋਣਾ ਟਰੈਕਟਰ ਦੀ ਰੈਲੀ ਹੋਊਗੀ ਹੋਰ ਗੱਲ ਵਧੂਗੀ ਬਟ ਮੈਨੂੰ ਏਦਾਂ ਫੀਲ ਹੁੰਦਾ that ਜਿਹੜੇ ਐਨਆਰਆਈ ਹੈਗੇ ਸਾਡੇ ਉਹਨਾਂ ਨੂੰ ਦੇ ਨੋਟ ਫੁਲੀ ਅਵੇਅਰ ਦੇ ਅੰਡਰਸਟੈਂਡ ਕੋਈ ਕਿਸੇ ਨੇ ਨਹੀਂ ਗੱਲ ਕੀਤੀ ਅੱਛਾਈ ਬਾਰੇ ਤੁਸੀਂ ਇਹ ਵੀ ਸੋਚੋ ਹੁਣ ਜੇ ਮੋਦੀ ਨੇ ਜਿਹੜਾ ਲਾਅ ਵੀ ਪਾਸ ਕੀਤੇ ਆ ਇਹਦੇ ਕੋਈ ਅੱਛਾਈ ਵਾਸਤੇ ਵੀ ਹੈਗੇ ਆ ਐਂਡ ਕੋਈ ਕਹਿੰਦੇ ਨਹੀਂ ਕੰਪਲੀਟਲੀ ਅਗੇਂਸਟ ਹੁਣ ਤੁਸੀਂ ਦੇਖੋ ਕਿਸਾਨਾਂ ਨੂੰ ਕਹਿੰਦੇ ਆ that ਮਿਡਲਮੈਨ ਜਿਹੜਾ ਹੈਗਾ ਮੰਡੀ ਜਿਹੜੇ ਹੈਗੇ ਮੰਡੀ ਸਿਸਟਮ ਰੱਖਿਆ ਹੋਇਆ ਵਾ ਤੁਹਾਨੂੰ ਪਤਾ ਸਾਲ ਦਾ $100 ਮਿਲੀਅਨ ਇੰਡਸਟਰੀ ਹੈਗੀ ਆ ਉਹ ਜਿਹੜੀ ਥੋੜੀ ਉਹਨਾਂ ਨੂੰ ਫੀ ਮਿਲਦੀ ਆ ਕੀ ਕਹਿੰਦਾ ਕ੍ਰੌਪਸ ਵੇਚਣ ਦੀ ਐਂਡ ਮੋਦੀ ਉਹ ਚੀਜ਼ ਨੂੰ ਕੱਢਣਾ ਚਾਹੁੰਦੇ ਆ ਬਿਕੋਜ਼ ਜਿਹੜੇ ਸਾਡੇ ਫਿਰ ਗ੍ਰਾਸ ਰੂਟ ਕਿਸਾਨ ਹੋਣਗੇ ਉਹਨਾਂ ਨੂੰ ਜ਼ਿਆਦਾ ਗਾਰੰਟੀ ਮਿਲੂਗਾ ਆਪਦੇ ਕ੍ਰੌਪਸ ਵੇਚਣ ਦਾ ਨਾਲੇ ਬਟ ਇੱਕ ਪ੍ਰੋਬਲਮ ਇਹ ਆ ਮੋਦੀ ਨੇ ਕੀ ਗਲਤੀ ਕੀਤੀ ਉਹਨੇ ਸ਼ੁਰੂ ਤੋਂ ਯੂਨੀਅਨਸ ਨੂੰ ਸਾਰਿਆਂ ਨੂੰ ਬੁਲਾਇਆ ਨਹੀਂ ਜਿਹੜੇ 41 ਮੈਂਬਰ ਸਾਡੇ ਹੈਗੇ ਆ ਦਿੱਲੀ ਬੁਲਾਉਂਦਾ ਸਾਰਿਆਂ ਨੂੰ ਬਿਠਾਉਂਦਾ ਉਹਨਾਂ ਨਾਲ ਸਲਾਹ ਕਰਦਾ ਫਿਰ ਇਹ ਗੱਲ ਇੰਨੀ ਦੂਰ ਤੱਕ ਜਾਣੀ ਨਹੀਂ ਇੱਥੇ ਮੋਦੀ ਨੇ ਬਹੁਤ ਗਲਤੀ ਕੀਤੀ ਐਂਡ ਇਹਨੂੰ ਬੈਠਣਾ ਚਾਹੀਦਾ ਸੀਗਾ ਸਾਰਿਆਂ ਨਾਲ ਬੈਠ ਕੇ ਇਹ ਗੱਲ ਕਰਨੀ ਚਾਹੀਦੀ ਸੀ ਕਿ ਫਿਰ ਇਹ ਡੈਮੋਕ੍ਰੇਸੀ ਗਵਰਨਮੈਂਟ ਆ ਜਿਹੜਾ ਮੋਦੀ ਪੱਕਦਾ ਆਟੋਕ੍ਰੈਟਿਕ ਉਹ ਫਿਰ ਕੀ ਹੁੰਦਾ ਨਾ ਜਿਹੜੇ ਸਾਡੇ ਹੁਣ ਮੰਡੀ ਹੋ ਗਏ ਸਾਡੇ ਕਿਸਾਨ ਉਹ ਭਰੋਸਾ ਨਹੀਂ ਕਰਦੇ ਮੋਦੀ ਨੂੰ ਉਹ ਕਹਿਣਗੇ ਸਾਨੂੰ ਪਤਾ ਨਹੀਂ ਇਹਨਾਂ ਨੇ ਕੀ ਕਰ ਲੈਣਾ ਤੁਸੀਂ ਬਿਹਾਰ ਦੇਖੋ ਬਿਹਾਰ ਦੇ ਵਿੱਚ ਜਦੋਂ ਉਹਨਾਂ ਨੇ MSP abolish ਕੀਤਾ 5 times less income ਆ ਜਿਹੜੇ ਬਿਹਾਰ ਫਾਰਮਰਾਂ ਦੀ ਹੈਗੀ ਕੰਪੇਅਰ ਟੂ ਪੰਜਾਬ ਦੀ ਐਂਡ ਇਹ ਸਾਰੀਆਂ ਚੀਜ਼ਾਂ ਫਿਰ ਬੰਦੇ ਦੇ ਵਿੱਚ ਡਾਊਟ ਪੈਦਾ ਹੁੰਦੀਆਂ ਵਾ ਇਹ ਨਾ ਹੋ ਜਾਵੇ ਪੰਜਾਬ ਦਾ ਵੀ ਏਦਾਂ ਹੀ ਹਾਲ ਹੋ ਜਾਵੇ ਜਿਹਦਾ ਬਿਹਾਰ ਵਾਂਗਨ ਸੀਗਾ ਇਹ ਜਿਹੜੀਆਂ ਸਾਰੀਆਂ ਡਾਊਟਸ ਹੁੰਦੀਆਂ ਵਾ ਜਿਹੜੇ ਬੰਦੇ ਤੇ ਸ਼ੱਕ ਪੈਦਾ ਹੁੰਦੇ ਆ ਇਹ ਕਿਉਂ ਪੈਦਾ ਹੋਏ ਬਿਕੋਜ਼ ਮੋਦੀ ਨੇ ਸ਼ੁਰੂ ਤੋਂ ਫਾਰਮਰਸ ਜਿਹੜੇ ਸਾਡੇ ਯੂਨੀਅਨ ਮੈਂਬਰਸ ਹੈਗੇ ਉਹਨਾਂ ਨਾਲ ਬੈਠ ਕੇ ਸਲਾਹ ਨਹੀਂ ਕੀਤੀ ਐਂਡ ਬੋਰਿਸ ਜੌਨਸਨ ਇੱਥੇ UK ਚ ਹੈਗਾ ਸਾਡਾ ਗਵਰਨਮੈਂਟ ਹੈਗਾ he would never pass or never ਏਦਾਂ ਦਾ ਕੋਈ law pass ਕਰੂਗਾ without sitting with the union members and this is where BJP government ਪੂਰਾ ਉਹਨਾਂ ਨੇ wrong stance ਲਿੱਤਾ ਬਿਲਕੁਲ ਠੀਕ ਗੱਲ ਹੈ ਔਰ ਸਮਾਂ ਵੀ ਬਿਲਕੁਲ ਖਤਮ ਹੋ ਗਿਆ ਔਰ ਮੈਂ ਚਾਹੁੰਦਾ ਸੀਗਾ ਤੁਸੀਂ ਆਪਣੀ ਗੱਲ ਨੂੰ ਕੰਪਲੀਟ ਕਰੋ ਤਾਂ ਜੋ ਉਸ ਤੋਂ ਬਾਅਦ ਤੁਹਾਡੇ ਤੋਂ ਅਸੀਂ ਅਲਵਿਦਾ ਕਹਿ ਸਕੀਏ ਸੋ ਬਹੁਤ ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਸਾਨੂੰ ਦੇਣ ਦੇ ਲਈ ਵੀ ਮੀਡੀਆ NRI ਕੌਨਕਲੇਵ ਦਾ ਖਾਸ ਹਿੱਸਾ ਬਣਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਮੌਂਟੀ ਜੀ Thank you, Jay, and thank you for having me on your show.